जमात 8वीं। कविता जिਉਂਦੇ भगवान, कवि नंद लाल नूरपुरी। प्यारे विद्यार्थियों सत श्री अकाल। प्यारे बच्चों, उम्मीद सिंह ई पंजाबी पाठशाला विच आप सब का स्वागत है। अज असी 8वीं जमात की पाठ पुस्तक विच दर्ज कविता जिਉਂਦੇ भगवान, जिਉਂਦੇ भगवान, जिस दे कवि हैं नंद लाल नूरपुरी, उस उपर चर्चा करांगे। असी कविता पाठ करांगे, कविता की व्याख्या करांगे ते अंत विच अभ्यास दे प्रश्न हल करांगे। तो आओ सब तो पहला एक विद्यार्थी द्वारा किया गया कविता पाठ सरवण करते हैं। जिਉਂਦੇ भगवान। ओ दुनिया दे बंदेओ पूजो उन्हां ने इंसानां नूं। ओ दुनिया दे बंदेओ पूजो उन्हां ने इंसानां नूं। देश दी खातर वार गए जो प्यारियां प्यारियां जानां नूं। देश दी खातर वार गए जो प्यारियां प्यारियां जानां नूं। सरुआं वर्गे सोने वर्गे हीरे पुत्तर मावां दे। भैन भरावां दे बुढ़े बापू खड़े उड़ीकण गभरू पुत जवानां नूं। ओ दुनिया दे बंदेओ पूजो उन्हां ने इंसानां नूं। कई नारां दे फुल्लां वर्गे हाले रूप न रोए ने। शगना दे हत्थां विच गाने चान पूरे होए ने। दिल दे विच लकोई बैठियां लखां ही अरमानां नूं। ओ दुनिया दे बंदेओ पूजो उन्हां ने इंसानां नूं। किनू नी जीवन दियां लोड़ां हर कोई जिउणा चाहुंदा ए। तरह तरह दे इस जीवन लई बंदा जाल विछाउंदा ए। जिउणा उस बंदे दा जिउणा रोके जो तूफानां नूं। ओ दुनिया दे बंदेओ पूजो उन्हां ने इंसानां नूं। शेरां दी छाती ते बैठ के मौत जिन्हां ने मंगी खून दियां नदियां विच डुब के गोरी चमड़ी रंगीए। नवे देश ते रंगण झाड़ी पूजो ना भगवानां नूं। ओ दुनिया दे बंदेओ पूजो उन्हां ने इंसानां नूं। जिउणा हुंदा उस मर्द दा किसे लई जो मरदा ए। अपने देश कौम दी खातर जीवन अर्पण करदा ए। नूरपुरी बंद कर दे बीबा छुट्टियां होर दुकानां नूं। ओ दुनिया दे बंदेओ पूजो उन्हां ने इंसानां नूं। देश दी खातर वार गए जो प्यारियां प्यारियां जानां नूं। देश दी खातर वार गए जो प्यारियां जानां नूं। थैंक यू। प्यारे विद्यार्थियों, कविता का प्रसंग तुसी इस तरह लिख सकते हो कि ਇਹ ਕਾਵ ਟੋਟਾ ਜਾਂ ਇਹ ਕਾਵ ਸਤਰਾਂ ਸਾਡੀ ਪਾਠ ਪੁਸਤਕ
ਉਡਾਨ ਵਿੱਚ ਦਰਜ ਕਵਿਤਾ ਜਿਉਂਦੇ ਭਗਵਾਨ ਵਿੱਚੋਂ ਲਿਆ ਗਿਆ ਹੈ। ਇਸ ਦੇ ਕਵੀ ਨੰਦ ਲਾਲ ਨੂਰਪੁਰੀ ਹਨ। ਇਸ ਵਿੱਚ ਦੇਸ਼ ਵਾਸੀਆਂ ਨੂੰ, ਸ਼ਹੀਦਾਂ ਨੂੰ ਨਮਸਕਾਰ ਕਰਨ ਲਈ, ਉਹਨਾਂ ਦਾ ਗੁਣਗਾਨ ਕਰਨ ਲਈ, ਉਹਨਾਂ ਦੀ ਪੂਜਾ ਕਰਨ ਲਈ ਪ੍ਰੇਰਿਆ ਗਿਆ ਹੈ। ਇਹ ਸ਼ਹੀਦ ਸਾਡੇ ਲਈ ਜਿਉਂਦੇ ਭਗਵਾਨ ਦੇ ਸਮਾਨ ਹਨ, ਕਿਉਂਕਿ ਦੇਸ਼ ਲਈ ਕੁਰਬਾਨ ਹੋ ਕੇ ਇਹ ਅਮਰ ਹੋ ਗਏ ਹਨ। ਪਿਆਰੇ ਵਿਦਿਆਰਥੀਓ, ਆਓ ਹੁਣ ਇਸ ਕਵਿਤਾ ਦੀ ਵਿਆਖਿਆ ਦੇਖਦੇ ਹਾਂ। ਕਵੀ ਕਹਿੰਦਾ ਹੈ ਕਿ ਉਹ ਦੁਨੀਆ ਦੇ ਬੰਦਿਓ ਪੂਜੋ ਉਹਨਾਂ ਨੇਕ ਇਨਸਾਨਾਂ ਨੂੰ, ਦੇਸ਼ ਦੀ ਖਾਤਰ ਵਾਰ ਗਏ ਜੋ ਪਿਆਰੀਆਂ ਪਿਆਰੀਆਂ ਜਾਨਾਂ ਨੂੰ। ਕਿ ਹੇ ਦੁਨੀਆ ਵਾਲਿਓ, ਆਓ ਉਹਨਾਂ ਨੇਕ ਇਨਸਾਨਾਂ ਦੀ ਪੂਜਾ ਕਰੀਏ, ਉਹਨਾਂ ਨੇਕ ਇਨਸਾਨਾਂ ਨੂੰ ਨਮਸਕਾਰ ਕਰੀਏ, ਉਹਨਾਂ ਦਾ ਗੁਣਗਾਨ ਕਰੀਏ ਜੋ ਦੇਸ਼ ਦੀ ਖਾਤਰ, ਦੇਸ਼ ਦੇ ਲਈ ਆਪਣੀਆਂ ਪਿਆਰੀਆਂ ਪਿਆਰੀਆਂ ਜਾਨਾਂ ਕੁਰਬਾਨ ਕਰ ਗਏ ਹਨ। ਅੱਗੇ ਕਵੀ ਕਹਿੰਦਾ ਹੈ ਕਿ ਸਰੂਆਂ ਵਰਗੇ, ਸੋਨੇ ਵਰਗੇ ਹੀਰੇ ਪੁੱਤਰ ਮਾਵਾਂ ਦੇ, ਚਾਅ ਜਿਨ੍ਹਾਂ ਦੇ ਮਿਲਣ ਵਾਸਤੇ ਰੋਂਦੇ ਭੈਣ ਭਰਾਵਾਂ ਦੇ। ਕਿ ਇਹ ਸਰੂਆਂ ਵਰਗੇ ਉੱਚੇ ਲੰਮੇ, ਸੋਨੇ ਵਰਗੇ ਸੋਹਣੇ ਮਾਵਾਂ ਦੇ ਹੀਰੇ ਪੁੱਤਰ ਹਨ। ਇਹਨਾਂ ਨੂੰ ਮਿਲਣ ਵਾਸਤੇ ਜੋ ਇਹਨਾਂ ਦੇ ਭੈਣ ਭਰਾ ਹਨ ਉਹ ਉਡੀਕ ਰਹੇ ਹਨ, ਇਹਨਾਂ ਨੂੰ ਯਾਦ ਕਰ ਕਰਕੇ ਰੋਂਦੇ ਹਨ। ਇਹਨਾਂ ਨੂੰ ਮਿਲਣ ਦਾ ਉਹਨਾਂ ਦੇ ਮਨ ਵਿੱਚ ਚਾਅ ਹੈ, ਪਰ ਇਹ ਨੌਜਵਾਨ ਜੋ ਹਨ ਦੇਸ਼ ਦੇ ਲਈ ਕੁਰਬਾਨ ਹੋ ਚੁੱਕੇ ਹਨ। ਬੁੱਢੇ ਬਾਪੂ ਖੜੇ ਉਡੀਕਣ ਗੱਭਰੂ ਪੁੱਤ ਜਵਾਨਾਂ ਨੂੰ। ਤੇ ਉਹ ਬੁੱਢੇ ਬਾਪ ਜਿਨ੍ਹਾਂ ਨੂੰ ਇਹ ਉਮੀਦ ਹੈ ਕਿ ਉਹਨਾਂ ਦੇ ਗੱਭਰੂ ਪੁੱਤ ਉਹਨਾਂ ਦੇ ਬੁਢਾਪੇ ਦਾ ਸਹਾਰਾ ਬਣਨਗੇ, ਉਹ ਵੀ ਉਹਨਾਂ ਨੂੰ ਉਡੀਕ ਰਹੇ ਹਨ, ਪਰ ਉਹ ਨੌਜਵਾਨ ਜੋ ਹਨ ਦੇਸ਼ ਦੀ ਖਾਤਰ ਕੁਰਬਾਨ ਹੋ ਚੁੱਕੇ ਹਨ। ਇਸ ਲਈ ਕਵੀ ਕਹਿੰਦਾ ਹੈ ਕਿ ਉਹ ਦੁਨੀਆ ਦੇ ਬੰਦਿਓ, ਆਓ ਉਹਨਾਂ ਨੇਕ ਇਨਸਾਨਾਂ ਨੂੰ ਨਮਸਕਾਰ ਕਰੀਏ, ਉਹਨਾਂ ਦੀ ਪੂਜਾ ਕਰੀਏ ਜੋ ਦੇਸ਼ ਦੇ ਲਈ ਕੁਰਬਾਨ ਹੋ ਗਏ ਹਨ। ਅੱਗੇ ਕਵੀ ਕਹਿੰਦਾ ਹੈ ਕਿ ਕਈ ਨਾਰਾਂ ਦੇ ਫੁੱਲਾਂ ਵਰਗੇ ਹਾਲੇ ਰੂਪ ਨਰੋਏ ਨੇ, ਸ਼ਗਨਾਂ ਦੇ ਹੱਥਾਂ ਵਿੱਚ ਗਾਨੇ ਚਾਅ ਨਾ ਪੂਰੇ ਹੋਏ ਨੇ। ਇਹਨਾਂ ਪੰਕਤੀਆਂ ਵਿੱਚ ਕਵੀ ਉਹਨਾਂ ਸ਼ਹੀਦਾਂ ਦੀ, ਵਿਧਵਾਵਾਂ ਦੀ ਜੋ ਸਥਿਤੀ ਹੈ, ਉਹਨਾਂ ਦਾ ਜੋ ਬੁਰਾ ਹਾਲ ਹੈ, ਉਸ ਉੱਪਰ ਚਾਨਣ ਪਾ ਰਿਹਾ ਹੈ। ਕਵੀ ਕਹਿੰਦਾ ਹੈ ਕਿ ਕਈ ਜੋ ਔਰਤਾਂ ਹਨ, ਉਹਨਾਂ ਦੀਆਂ ਵਿਧਵਾਵਾਂ ਹਨ, ਉਹਨਾਂ ਦਾ ਅਜੇ ਰੂਪ ਫੁੱਲਾਂ ਵਰਗਾ ਸਜਰਾ ਹੈ, ਅਜੇ ਉਹ ਜਵਾਨੀ ਵਿੱਚ ਹਨ। ਸ਼ਗਨਾਂ ਦੇ ਹੱਥਾਂ ਵਿੱਚ ਗਾਨੇ ਚਾਅ ਨਾ ਪੂਰੇ ਹੋਏ ਹਨ। ਉਹਨਾਂ ਦੇ ਹੱਥਾਂ ਵਿੱਚ ਅਜੇ ਸ਼ਗਨਾਂ ਵਾਲੇ ਗਾਨੇ ਹਨ ਤੇ ਉਹਨਾਂ ਦਾ ਕੋਈ ਚਾਅ, ਕੋਈ ਅਰਮਾਨ ਪੂਰਾ ਨਹੀਂ ਹੋਇਆ। ਅੱਗੇ ਕਹਿੰਦਾ ਹੈ ਕਵੀ ਕਿ ਦਿਲ ਦੇ ਵਿੱਚ ਲਕੋਈ ਬੈਠੀਆਂ ਲੱਖਾਂ ਹੀ ਅਰਮਾਨਾਂ ਨੂੰ। ਉਹਨਾਂ ਨੇ ਜੋ ਉਹਨਾਂ ਦੇ ਚਾਅ ਸਨ, ਉਹਨਾਂ ਦੇ ਅਰਮਾਨ ਸਨ, ਉਹ ਆਪਣੇ ਮਨ ਵਿੱਚ ਹੁਣ ਦੱਬੇ ਰਹਿ ਗਏ ਹਨ। ਉਹ ਕਿਸੇ ਅੱਗੇ ਜ਼ਾਹਰ ਵੀ ਨਹੀਂ ਕਰ ਸਕਦੀਆਂ। ਉਹਨਾਂ ਦੀ ਇਹੋ ਜਿਹੀ ਸਥਿਤੀ ਹੋਈ ਹੈ। ਇਸ ਲਈ ਕਵੀ ਕਹਿੰਦਾ ਹੈ ਕਿ ਇਹ ਦੁਨੀਆ ਵਾਲਿਓ, ਆਓ ਆਪਾਂ ਇਹਨਾਂ ਨੇਕ ਇਨਸਾਨਾਂ ਦੀ, ਇਹਨਾਂ ਸ਼ਹੀਦਾਂ ਦੀ ਪੂਜਾ ਕਰੀਏ, ਉਹਨਾਂ ਨੂੰ ਯਾਦ ਕਰੀਏ। ਅੱਗੇ ਕਵੀ ਕਹਿੰਦਾ ਹੈ ਕਿ ਕਿਹਨੂੰ ਨਹੀਂ ਜੀਵਨ ਦੀਆਂ ਲੋੜਾਂ, ਹਰ ਕੋਈ ਜਿਉਣਾ ਚਾਹੁੰਦਾ ਏ, ਤਰ੍ਹਾਂ ਤਰ੍ਹਾਂ ਦੇ ਇਸ ਜੀਵਨ ਲਈ ਬੰਦਾ ਜਾਲ ਵਿਛਾਉਂਦਾ ਏ। ਕਿ ਕੌਣ ਐਸਾ ਹੈ ਜਿਸ ਨੂੰ ਜੀਵਨ ਦੀ ਲੋੜ ਨਹੀਂ? ਕੌਣ ਜਿਉਣਾ ਨਹੀਂ ਚਾਹੁੰਦਾ? ਹਰ ਕੋਈ ਜਿਉਣਾ ਚਾਹੁੰਦਾ ਹੈ ਅਤੇ ਆਪਣੇ ਇਸ ਜੀਵਨ ਨੂੰ ਜਿਉਣ ਲਈ ਬੰਦਾ ਤਰ੍ਹਾਂ ਤਰ੍ਹਾਂ ਦੇ ਕੰਮ ਧੰਦੇ ਕਰਦਾ ਹੈ, ਹਰ ਤਰ੍ਹਾਂ ਦੇ ਯਤਨ ਕਰਦਾ ਹੈ। ਪਰ ਕਵੀ ਕਹਿੰਦਾ ਹੈ ਕਿ ਜਿਉਣਾ ਉਸ ਬੰਦੇ ਦਾ ਜਿਉਣਾ ਰੋਕੇ ਜੋ ਤੂਫਾਨਾਂ ਨੂੰ। ਪਰ ਜਿਉਣਾ ਉਸੇ ਬੰਦੇ ਦਾ ਸਫਲ ਮੰਨਿਆ ਜਾਂਦਾ ਹੈ ਜੋ ਕਿ ਜੀਵਨ ਦੇ ਵਿੱਚ ਆਉਣ ਵਾਲੇ ਤੂਫਾਨਾਂ ਨੂੰ, ਆਉਣ ਵਾਲੀਆਂ ਮੁਸੀਬਤਾਂ ਨੂੰ ਰੋਕਦਾ ਹੈ, ਮੁਸੀਬਤਾਂ ਦਾ ਡਟ ਕੇ ਸਾਹਮਣਾ ਕਰਦਾ ਹੈ। ਅੱਗੇ ਕਵੀ ਕਹਿੰਦਾ ਹੈ ਕਿ ਸ਼ੇਰਾਂ ਦੀ ਛਾਤੀ ਤੇ ਬਹਿ ਕੇ ਮੌਤ ਜਿਨ੍ਹਾਂ ਨੇ ਮੰਗੀ ਏ, ਖੂਨ ਦੀਆਂ ਨਦੀਆਂ ਵਿੱਚ ਡੁੱਬ ਕੇ ਗੋਰੀ ਚਮੜੀ ਰੰਗੀ ਏ। ਕਵੀ ਕਹਿੰਦਾ ਹੈ ਕਿ ਇਹ ਬਹਾਦਰ ਨੌਜਵਾਨ ਹਨ। ਇਹ ਦੁਸ਼ਮਣ ਦਾ ਮੁਕਾਬਲਾ ਬੜੀ ਬਹਾਦਰੀ ਨਾਲ ਕਰਦੇ ਹਨ। ਇਹ ਮੌਤ ਨੂੰ ਇਸ ਤਰ੍ਹਾਂ ਮੰਗਾਰਦੇ ਹਨ ਜਿਸ ਤਰ੍ਹਾਂ ਕੋਈ ਸ਼ੇਰ ਦੀ ਛਾਤੀ ਉੱਪਰ ਬੈਠ ਕੇ ਮੌਤ ਨੂੰ ਲਲਕਾਰਦਾ ਹੋਵੇ। ਅਤੇ ਦੁਸ਼ਮਣ ਦਾ ਮੁਕਾਬਲਾ ਕਰਦੇ ਹੋਏ ਇਹ ਖੂਨ ਦੀਆਂ ਨਦੀਆਂ ਵਹਾ ਦਿੰਦੇ ਹਨ ਅਤੇ ਉਸ ਨਦੀ ਦੇ ਵਿੱਚ ਇਸ਼ਨਾਨ ਕਰਦੇ ਹਨ, ਭਾਵ ਸ਼ਹੀਦੀ ਪ੍ਰਾਪਤ ਕਰ ਲੈਂਦੇ ਹਨ, ਬਹਾਦਰੀ ਨਾਲ ਸ਼ਹੀਦੀ ਪ੍ਰਾਪਤ ਕਰਦੇ ਹਨ। ਅਤੇ ਨਵੀਂ ਦੇਸ਼ ਤੇ ਰੰਗਣ ਚਾੜੀ ਪੂਜੋ ਇਹਨਾਂ ਭਗਵਾਨਾਂ ਨੂੰ। ਕਵੀ ਕਹਿੰਦਾ ਹੈ ਕਿ ਇਸ ਤਰ੍ਹਾਂ ਜੋ ਇਹ ਸ਼ਹੀਦ ਹੁੰਦੇ ਹਨ, ਜੋ ਇਹ ਸ਼ਹੀਦ ਹਨ, ਇਹ ਅਮਰ ਹੋ ਜਾਂਦੇ ਹਨ ਅਤੇ ਇਹ ਇੱਕ ਤਰ੍ਹਾਂ ਦੇ ਸਾਡੇ ਜਿਉਂਦੇ ਭਗਵਾਨ ਹਨ। ਇਹਨਾਂ ਦੀ ਕੁਰਬਾਨੀ ਨਾਲ ਦੇਸ਼ ਦੇ ਉੱਪਰ ਇੱਕ ਵੱਖਰੀ ਰੰਗਤ ਚੜ੍ਹ ਜਾਂਦੀ ਹੈ।
ਦੇਸ਼ ਦੇ ਵਿੱਚ ਆਤਮ ਸਨਮਾਨ ਦੀ ਭਾਵਨਾ ਭਰ ਜਾਂਦੀ ਹੈ। ਇਸ ਲਈ ਹੇ ਦੁਨੀਆ ਦੇ ਲੋਕੋ, ਸਾਨੂੰ ਇਹਨਾਂ ਜਿਉਂਦੇ ਭਗਵਾਨਾਂ ਦੀ ਪੂਜਾ ਕਰਨੀ ਚਾਹੀਦੀ ਹੈ, ਇਹਨਾਂ ਨੂੰ ਨਮਸਕਾਰ ਕਰਨਾ ਚਾਹੀਦਾ ਹੈ, ਇਹਨਾਂ ਦੇ ਗੁਣਾਂ ਦਾ ਗੁਣਗਾਨ ਸਾਨੂੰ ਕਰਨਾ ਚਾਹੀਦਾ ਹੈ। ਤੇ ਅਖੀਰਲੀਆਂ ਪੰਕਤੀਆਂ ਵਿੱਚ ਕਵੀ ਕਹਿੰਦਾ ਹੈ ਕਿ ਜਿਉਣਾ ਹੁੰਦਾ ਉਸ ਮਰਦ ਦਾ ਕਿਸੇ ਲਈ ਜੋ ਮਰਦਾ ਏ, ਆਪਣੇ ਦੇਸ਼ ਕੌਮ ਦੀ ਖਾਤਰ ਜੀਵਨ ਅਰਪਣ ਕਰਦਾ ਹੈ। ਕਿ ਉਸ ਮਰਦ ਦਾ, ਉਸ ਬੰਦੇ ਦਾ ਜਿਉਣਾ ਸਫਲ ਮੰਨਿਆ ਜਾਂਦਾ ਹੈ ਜੋ ਆਪਣੇ ਸਵਾਰਥ ਲਈ ਨਹੀਂ ਬਲਕਿ ਦੂਜੇ ਲਈ, ਦੇਸ਼ ਦੇ ਲਈ, ਕੌਮ ਦੇ ਲਈ ਕੁਰਬਾਨੀ ਕਰਦਾ ਹੈ। ਜੋ ਦੇਸ਼ ਅਤੇ ਕੌਮ ਲਈ ਆਪਣਾ ਜੀਵਨ ਅਰਪਣ ਕਰ ਦਿੰਦਾ ਹੈ, ਆਪਣੀ ਕੁਰਬਾਨੀ ਦੇ ਦਿੰਦਾ ਹੈ, ਉਸੇ ਬੰਦੇ ਦਾ ਜਿਉਣਾ ਸਫਲ ਮੰਨਿਆ ਜਾਂਦਾ ਹੈ। ਤੇ ਅੰਤਿਮ ਜੋ ਲਾਈਨ ਹੈ, ਅਖੀਰਲੀ ਜੋ ਲਾਈਨ ਹੈ, ਉਸ ਵਿੱਚ ਨੂਰਪੁਰੀ ਜੀ ਕਹਿੰਦੇ ਹਨ ਕਿ ਨੂਰਪੁਰੀ ਬੰਦ ਕਰ ਦੇ ਬੀਬਾ ਝੂਠੀਆਂ ਹੋਰ ਦੁਕਾਨਾਂ ਨੂੰ। ਕਿ ਝੂਠ ਦੀਆਂ ਜੋ ਹੋਰ ਦੁਕਾਨਾਂ ਖੁੱਲੀਆਂ ਹੋਈਆਂ ਹਨ, ਜੋ ਸਵਾਰਥੀ ਲੋਕ ਬੈਠੇ ਹਨ, ਸਾਨੂੰ ਉਹਨਾਂ ਦੀ ਪੂਜਾ ਬੰਦ ਕਰਕੇ, ਉਹਨਾਂ ਦਾ ਗੁਣਗਾਨ ਬੰਦ ਕਰਕੇ, ਦੇਸ਼ ਦੇ ਸ਼ਹੀਦ ਹੋਣ ਵਾਲੇ ਜੋ ਨੇਕ ਇਨਸਾਨ ਹਨ, ਸਾਡੇ ਦੇਸ਼ ਭਗਤ ਹਨ, ਸਾਨੂੰ ਉਹਨਾਂ ਦੀ ਪੂਜਾ ਕਰਨੀ ਚਾਹੀਦੀ ਹੈ, ਉਹਨਾਂ ਦਾ ਗੁਣਗਾਨ ਕਰਨਾ ਚਾਹੀਦਾ ਹੈ ਤੇ ਉਹਨਾਂ ਨੂੰ ਨਮਸਕਾਰ ਕਰਨਾ ਚਾਹੀਦਾ ਹੈ। ਪਿਆਰੇ ਵਿਦਿਆਰਥੀਓ, ਆਓ ਹੁਣ ਅਭਿਆਸ ਦੇ ਪ੍ਰਸ਼ਨ ਦੇਖਦੇ ਹਾਂ। ਤਾਂ ਪਹਿਲੇ ਭਾਗ ਦੇ ਵਿੱਚ ਕੁਝ ਪ੍ਰਸ਼ਨ ਦਿੱਤੇ ਗਏ ਹਨ। ਪਹਿਲਾ ਪ੍ਰਸ਼ਨ ਹੈ ਕਿ ਕਵੀ ਕਿਹਨਾਂ ਨੂੰ ਪੂਜਣ ਦੀ ਗੱਲ ਕਰ ਰਿਹਾ ਹੈ। ਤਾਂ ਕਵੀ ਉਹਨਾਂ ਦੇਸ਼ ਭਗਤਾਂ ਨੂੰ, ਸ਼ਹੀਦਾਂ ਨੂੰ, ਨੇਕ ਇਨਸਾਨਾਂ ਨੂੰ ਪੂਜਣ ਦੀ ਗੱਲ ਕਰ ਰਿਹਾ ਹੈ ਜਿਨ੍ਹਾਂ ਨੇ ਦੇਸ਼ ਦੇ ਲਈ ਆਪਣਾ ਜੀਵਨ ਕੁਰਬਾਨ ਕਰ ਦਿੱਤਾ ਹੈ। ਦੂਜਾ ਪ੍ਰਸ਼ਨ ਹੈ ਕਿ ਬੁੱਢੇ ਬਾਪੂ ਕਿਹਨਾਂ ਨੂੰ ਉਡੀਕ ਰਹੇ ਹਨ ਅਤੇ ਕਿਉਂ। ਤਾਂ ਬੁੱਢੇ ਬਾਪੂ ਦੇਸ਼ ਦੀ ਖਾਤਰ ਸ਼ਹੀਦ ਹੋਣ ਵਾਲੇ ਆਪਣੇ ਪੁੱਤਾਂ ਨੂੰ ਉਡੀਕ ਰਹੇ ਹਨ। ਉਹਨਾਂ ਨੂੰ ਅਜੇ ਵੀ ਉਮੀਦ ਹੈ ਕਿ ਉਹਨਾਂ ਦਾ ਗੱਭਰੂ ਪੁੱਤ ਵਾਪਸ ਪਰਤੇਗਾ ਅਤੇ ਜਿਸ ਤਰ੍ਹਾਂ ਉਸਨੇ ਦੇਸ਼ ਦੀ ਸੇਵਾ ਕੀਤੀ ਹੈ, ਬੁਢਾਪੇ ਦੇ ਵਿੱਚ ਉਹ ਉਹਨਾਂ ਦਾ ਸਹਾਰਾ ਬਣੇਗਾ। ਤੀਜਾ ਪ੍ਰਸ਼ਨ ਹੈ ਕਿ ਅਸਲੀ ਜਿਉਣਾ ਕਿਹਨਾਂ ਦਾ ਹੁੰਦਾ ਹੈ। ਤਾਂ ਅਸਲੀ ਜਿਉਣਾ ਉਹਨਾਂ ਬੰਦਿਆਂ ਦਾ ਹੀ ਹੁੰਦਾ ਹੈ ਜੋ ਆਪਣੇ ਸਵਾਰਥ ਲਈ ਨਹੀਂ ਸਗੋਂ ਦੇਸ਼ ਲਈ ਅਤੇ ਦੂਜਿਆਂ ਲਈ ਆਪਣੀਆਂ ਜਾਨਾਂ ਵਾਰ ਦਿੰਦੇ ਹਨ। ਅਗਲਾ ਪ੍ਰਸ਼ਨ ਹੈ ਕਿ ਨਵੀਂ ਦੇਸ਼ ਤੇ ਰੰਗਣ ਚਾੜੀ ਤੋਂ ਕੀ ਭਾਵ ਹੈ। ਤਾਂ ਨਵੀਂ ਦੇਸ਼ ਤੋਂ ਰੰਗਣ ਚਾੜੀ ਤੋਂ ਭਾਵ ਇਹ ਹੈ ਕਿ ਦੇਸ਼ ਲਈ ਸ਼ਹੀਦ ਹੋਣ ਵਾਲੇ ਲੋਕ ਦੇਸ਼ ਵਾਸੀਆਂ ਵਿੱਚ, ਨੌਜਵਾਨਾਂ ਵਿੱਚ ਦੇਸ਼ ਪਿਆਰ ਅਤੇ ਦੇਸ਼ ਭਗਤੀ ਦੀ ਭਾਵਨਾ ਭਰ ਦਿੰਦੇ ਹਨ। ਉਹਨਾਂ ਨੂੰ ਵੇਖ ਕੇ ਹੋਰ ਨੌਜਵਾਨ, ਹੋਰ ਦੇਸ਼ ਵਾਸੀ ਪ੍ਰੇਰਣਾ ਪ੍ਰਾਪਤ ਕਰਦੇ ਹਨ ਅਤੇ ਦੇਸ਼ ਲਈ ਸ਼ਹੀਦ ਹੋਣ ਲਈ ਤਿਆਰ ਹੋ ਜਾਂਦੇ ਹਨ। ਕਵੀ ਦਾ ਝੂਠੀਆਂ ਹੋਰ ਦੁਕਾਨਾਂ ਤੋਂ ਕੀ ਭਾਵ ਹੈ। ਤਾਂ ਕਵੀ ਦਾ ਝੂਠੀਆਂ ਹੋਰ ਦੁਕਾਨਾਂ ਤੋਂ ਭਾਵ ਉਹ ਪਖੰਡੀ ਲੋਕ ਹਨ ਜੋ ਲੋਕਾਂ ਨੂੰ ਅੰਧ ਵਿਸ਼ਵਾਸ ਵਿੱਚ ਲਾਉਂਦੇ ਹਨ ਅਤੇ ਆਪਣਾ ਸਵਾਰਥ ਪੂਰਦੇ ਹਨ। ਇਹੋ ਜਿਹੇ ਲੋਕ ਭੋਲੇ ਭਾਲੇ ਲੋਕਾਂ ਦਾ ਧਨ ਅਤੇ ਪੱਤ ਤੱਕ ਲੁੱਟ ਲੈਂਦੇ ਹਨ। ਤਾਂ ਕਵੀ ਨੇ ਇਹੋ ਜਿਹੀਆਂ ਝੂਠੀਆਂ ਦੁਕਾਨਾਂ ਤੋਂ ਸੁਚੇਤ ਹੋਣ ਦਾ ਸੁਨੇਹਾ ਦਿੱਤਾ ਹੈ। ਇਸ ਭਾਗ ਦੇ ਅਖੀਰਲੇ ਪ੍ਰਸ਼ਨ ਵਿੱਚ ਪੁੱਛਿਆ ਗਿਆ ਹੈ ਕਿ ਇਸ ਕਵਿਤਾ ਦੇ ਕਵੀ ਦਾ ਨਾਂ ਕੀ ਹੈ। ਤਾਂ ਇਸ ਕਵਿਤਾ ਦੇ ਕਵੀ ਦਾ ਨਾਂ ਨੰਦ ਲਾਲ ਨੂਰਪੁਰੀ ਹੈ। ਅਭਿਆਸ ਦਾ ਦੂਜਾ ਭਾਗ ਹੈ ਕਿ ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ। ਕੁਝ ਸ਼ਬਦ ਦਿੱਤੇ ਗਏ ਹਨ, ਉਹਨਾਂ ਨੂੰ ਵਾਕਾਂ ਵਿੱਚ ਵਰਤਣ ਲਈ ਕਿਹਾ ਗਿਆ ਹੈ। ਪਹਿਲਾ ਸ਼ਬਦ ਹੈ ਸਰੂਆਂ। ਸਰੂਆਂ ਭਾਵ ਉੱਚੇ ਲੰਮੇ ਰੁੱਖ। ਸਰੂਆਂ ਵਰਗੇ ਉੱਚੇ ਲੰਮੇ ਗੱਭਰੂ ਦੇਸ਼ ਅਤੇ ਕੌਮ ਦੀ ਖਾਤਰ ਸ਼ਹੀਦ ਹੋ ਗਏ। ਦੂਜਾ ਹੈ ਰੂਪ, ਯਾਨੀ ਸੁੰਦਰਤਾ। ਉਸ ਦਾ ਰੂਪ ਵੇਖ ਕੇ ਹਰ ਕੋਈ ਹੈਰਾਨ ਹੈ। ਤੀਜਾ ਹੈ ਨਰੋਏ। ਨਰੋਏ ਭਾਵ ਅਰੋਗ ਜਾਂ ਤੰਦਰੁਸਤ। ਨਰੋਏ ਸਰੀਰ ਵਿੱਚ ਨਰੋਇਆ ਮਨ ਨਿਵਾਸ ਕਰਦਾ ਹੈ। ਅਗਲਾ ਸ਼ਬਦ ਹੈ ਸ਼ਗਨਾ ਭਾਵ ਖੁਸ਼ੀਆਂ। ਸੱਜ ਵਿਆਹੀ ਦੀ ਸ਼ਗਨਾ ਦੀ ਮਹਿੰਦੀ ਅਜੇ ਫਿੱਕੀ ਵੀ ਨਹੀਂ ਪਈ ਸੀ ਕਿ ਗੱਭਰੂ ਸ਼ਹੀਦ ਹੋ ਗਿਆ। ਅਗਲਾ ਸ਼ਬਦ ਹੈ ਅਰਮਾਨ। ਅਰਮਾਨ ਭਾਵ ਇੱਛਾਵਾਂ। ਹਰ ਇੱਕ ਬੰਦਾ ਆਪਣੇ ਮਾਂ-ਬਾਪ ਦੇ ਅਰਮਾਨ ਪੂਰਾ ਕਰਨ ਲਈ ਕੰਮ ਕਰਦਾ ਹੈ। ਅਗਲਾ ਸ਼ਬਦ ਹੈ ਜਾਲ। ਜਾਲ ਭਾਵ ਫੰਦੀ। ਹਿਰਨ ਕਿਸਾਨ ਦੇ ਜਾਲ ਵਿੱਚ ਫਸ ਗਿਆ। ਅਗਲਾ ਸ਼ਬਦ ਹੈ ਤੂਫਾਨ। ਕੱਲ ਸ਼ਾਮੀ ਬਹੁਤ ਤੇਜ਼ ਤੂਫਾਨ ਆਇਆ। ਅਗਲਾ ਸ਼ਬਦ ਛਾਤੀ। ਨੌਜਵਾਨ ਛਾਤੀਆਂ ਢਾ ਕੇ ਵੈਰੀਆਂ ਦੇ ਛੱਕੇ ਛਡਾਉਂਦੇ ਹਨ। ਅਗਲਾ ਸ਼ਬਦ ਹੈ ਚਮੜੀ। ਚਮੜੀ ਭਾਵ ਖੱਲ। ਜੋ ਨੌਜਵਾਨ ਹਨ, ਦੇਸ਼ ਭਗਤ ਹਨ,
ਉਹ ਆਪਣੀ ਚਮੜੀ ਦੀ ਪਰਵਾਹ ਨਹੀਂ ਕਰਦੇ। ਬੀਬਾ, ਬੀਬਾ ਭਾਵ ਸਾਊ। ਰਾਹੁਲ ਬੜਾ ਬੀਬਾ ਮੁੰਡਾ ਹੈ। ਸੋ ਪਿਆਰੇ ਵਿਦਿਆਰਥੀਓ, ਇਹ ਸੀ ਅਭਿਆਸ ਦੇ ਪ੍ਰਸ਼ਨ। ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਕਵਿਤਾ ਸਮਝ ਆਈ ਹੋਵੇਗੀ ਤੇ ਤੁਸੀਂ ਇਸ ਤੋਂ ਲਾਭ ਚੁੱਕੋਗੇ। ਸੋ ਪਿਆਰੇ ਵਿਦਿਆਰਥੀਓ, ਇਹ ਸੀ ਸਾਡਾ ਅੱਜ ਦਾ ਵੀਡੀਓ, ਜਿਸ ਵਿੱਚ ਅਸੀਂ ਨੰਦ ਲਾਲ ਨੂਰਪੁਰੀ ਜੀ ਦੀ ਕਵਿਤਾ ਜਿਉਂਦੇ ਭਗਵਾਨ ਬਾਰੇ ਚਰਚਾ ਕੀਤੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਇਹ ਵੀਡੀਓ ਕਵਿਤਾ ਨੂੰ ਸਮਝਣ ਵਿੱਚ ਤੁਹਾਡੀ ਸਹਾਇਤਾ ਕਰੇਗਾ। ਸਿਲੇਬਸ ਤੋਂ ਸੰਬੰਧਿਤ ਹੋਰ ਵੀਡੀਓ ਪ੍ਰਾਪਤ ਕਰਨ ਲਈ ਸਾਡਾ ਚੈਨਲ ਉਮੀਦ ਸਿੰਘਜ਼ ਪੰਜਾਬੀ ਪਾਠਸ਼ਾਲਾ ਸਬਸਕ੍ਰਾਈਬ ਕਰੋ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ।